ਉਂਝ ਤੇ ਕਮਜ਼ੋਰੀਆਂ ਮਨੁੱਖ ਦੀਆਂ ਅਨੰਤ ਨੇ, ਉਂਝ ਤੇ ਔਗਣ ਮਨੁੱਖ ਦੇ ਅਥਾਹ ਨੇ, ਲੇਕਿਨ ਇੱਕ ਔਗਣ, ਇੱਕ ਕਮਜ਼ੋਰੀ ਮੂਲ ਹੈ, ਬੁਨਿਆਦੀ ਹੈ, ਜੋ ਹਰ ਵਕਤ, ਹਰ ਸਮੇਂ, ਹਰ ਕਰਮ ਦੇ ਵਿੱਚ, ਹਰ ਕ੍ਰਿਤ ਦੇ ਵਿੱਚ ਛਾਈ ਰਹਿੰਦੀ ਹੈ, ਵਿਆਪਕ ਰੂਪ ਵਿੱਚ ਹੁੰਦੀ ਹੈ। ਉਸ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਗੁਰਮਤਿ ਭਾਸ਼ਾ ਅਨੁਸਾਰ ਹਉਮੈ ਆਖਿਆ, ਜਿਹਨੂੰ ਇੱਥੋਂ ਦੀ ਪ੍ਰਾਚੀਨ ਧਾਰਮਿਕ ਭਾਸ਼ਾ ਵਿੱਚ ਅਹੰ ਭਾਵ ਕਰਕੇ ਕਹਿੰਦੇ ਨੇ। ਅਹੰਕਾਰ, ਮੈਂ ਹਾਂ ਔਰ ਮੈਂ ਹੋਵਾਂ, ਮੈਂ ਹੀ ਹਾਂ, ਇਹ ਮੈਂ ਭਾਵ ਮਨੁੱਖ ਦੇ ਅੰਦਰ ਹਰ ਵਕਤ ਵਿਆਪਕ ਰਹਿੰਦਾ ਹੈ। ਕਾਦਰ ਕਰੀਮ ਨੇ ਸੁਭਾਵਿਕ ਤੌਰ ਤੇ ਕੁਝ ਔਗਣ ਜਗਤ ਦੇ ਖਿਲੇਰੇ ਨੇ। ਜੈਸੇ ਦੇਖਦੇ ਹਾਂ ਕਿ ਪਤੰਗੇ ਦੇ ਅੰਦਰ ਦ੍ਰਿਸ਼ਟ ਰੋਗ ਪ੍ਰਧਾਨ ਹੈ, ਔਰ ਹਾਥੀ ਦੇ ਅੰਦਰ ਕਾਮਕ ਰੁਚੀਆਂ ਸਿਖਰ ਤੇ ਪਹੁੰਚੀਆਂ ਹੋਈਆਂ ਨੇ। ਕੰਨਾਂ ਦਾ ਰਸ ਸਾਡੇ ਦੇਸ਼ ਦੇ ਸ਼ਾਸਤਰਕਾਰ ਕਹਿੰਦੇ ਨੇ ਹਿਰਨ ਦੇ ਪ੍ਰਧਾਨ ਹੈ, ਔਰ ਨਾਸਕਾ ਦਾ ਰਸ ਸੁਗੰਧੀ ਦੇ ਰਸ ਦਾ ਲਿਪਾਏਮਾਨ ਹਰ ਵਕਤ ਲਾਲਚੀ ਰਹਿਣ ਵਾਲਾ ਇਹ ਭੌਰਾ ਪ੍ਰਧਾਨ ਹੈ। ਪੰਜ ਗਿਆਨ ਇੰਦਰੇ, ਪੰਜ ਰਸਾਂ ਦੇ ਚੋਂ ਕੋਈ ਇੱਕ ਰਸ ਕਿਸੇ ਨਾ ਕਿਸੇ ਜੀਵ ਦੇ ਵਿੱਚ ਪ੍ਰਧਾਨ ਰੂਪ ਦੇ ਜਿਹਾ ਰਹਿੰਦਾ ਹੈ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਬਕਾਇਦਾ ਇਸ ਦਾ ਜ਼ਿਕਰ ਹੈ। ਲੇਕਿਨ ਇਹ ਜਿਹੜਾ ਮਨੁੱਖ ਹੈ, ਇਸ ਦਾ ਪ੍ਰਧਾਨ ਮੂਲ ਔਗਣ ਕੀ ਹੈ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖ ਦੇ ਅੰਤਿਸ਼ਕਰਣ ਦੇ ਝਾਤ ਮਾਰ ਕੇ ਜੋ ਮਨੁੱਖ ਦੀ ਬੁਨਿਆਦੀ ਮੂਲ ਕਮਜ਼ੋਰੀ ਲੱਭੀ ਹੈ, ਉਹ ਹੈ ਅਹੰ ਭਾਵ। ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਂ ਗੁਲ ਬਸਕੀਨਾ, ਦ੍ਰਿਸ਼ਟ ਰੋਗ ਪਚ ਮੁਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਾਹਿਬ ਕਹਿੰਦੇ ਨੇ ਇਹ ਜਿਤਨੇ ਜੀਵ ਜੰਤ ਨੇ, ਇਹਨਾਂ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਇੱਕ ਬੁਨਿਆਦੀ ਰੋਗ ਹੈ। ਹਾਥੀ ਦਾ ਬੁਨਿਆਦੀ ਰੋਗ ਹੈ ਕਾਮ। ਬਾਕੀ ਇੰਦਰੀਆਂ ਤੋਂ ਕਰੀਬਨ ਇਹ ਨਿਸ਼ਚਿੰਤ ਹੈ, ਲੇਕਿਨ ਇੱਕ ਇੰਦਰੀ ਦੇ ਅਧੀਨ ਹੋਣ ਕਰਕੇ ਇਹਦੀ ਜ਼ਿੰਦਗੀ ਕਈ ਦਫਾ ਬਹੁਤ ਦੁੱਖ ਸਹੇੜਦੀ ਹੈ। ਇਸੇ ਤਰੀਕੇ ਨਾਲ ਇੱਕੋ ਹੀ ਮੂਲ ਔਗਣ ਹੈ ਹਿਰਨ ਦੇ ਵਿੱਚ। ਉਹ ਗੰਢੇੜੇ ਦਾ ਰਾਗ ਸੁਣ ਕੇ ਆਪਣੇ ਆਪ ਨੂੰ ਸ਼ਿਕਾਰੀ ਦੇ ਅਧੀਨ ਕਰਾ ਬੈਠਦਾ ਹੈ। ਇੱਕੋ ਹੀ ਰਸ ਪ੍ਰਧਾਨ ਹੈ ਭੌਰੇ ਦੇ ਵਿੱਚ, ਨਾਸਕਾ ਦਾ, ਔਰ ਇੱਕੋ ਹੀ ਰਸ ਪ੍ਰਧਾਨ ਹੈ ਅੱਖਾਂ ਦਾ, ਬਕਾਇਦਾ ਪਤੰਗੇ ਦੇ ਵਿੱਚ। ਜ਼ਬਾਨ ਦਾ ਰਸ ਪ੍ਰਧਾਨ ਹੈ ਮਛਲੀ ਦੇ ਅੰਦਰ। ਮਨੁੱਖ ਦਾ ਰਸ ਕਹਿੰਦੇ ਨੇ ਅਹੰ ਭਾਵ ਦੇ ਚ ਹੈ, ਮੈਂ ਦੇ ਚ ਹੈ। ਜਿੱਥੇ ਜਿੱਥੇ ਇਸ ਦੀ ਮੈਂ ਨੂੰ ਤ੍ਰਿਪਤੀ ਮਿਲੇ, ਜਿੱਥੇ ਜਿੱਥੇ ਇਸ ਦੀ ਮੈਂ ਨੂੰ ਕੋਈ ਪੱਠੇ ਪਾਵੇ, ਜਿੱਥੇ ਜਿੱਥੇ ਮੈਂ ਭਾਵ ਜ਼ਿਆਦਾ ਪ੍ਰਗਟ ਹੋਵੇ, ਉੱਥੇ ਮਨੁੱਖ ਨੂੰ ਰਸ ਆਉਂਦਾ ਹੈ। ਮਨੁੱਖ ਆਪਣੇ ਨਾਲੋਂ ਜ਼ਿਆਦਾ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਖੁਸ਼ ਨਹੀਂ ਹੁੰਦਾ, ਕਿਉਂਕਿ ਵੱਡੇ ਧਨਵਾਨਾਂ ਦੀ ਸਭਾ ਵਿੱਚ ਬੈਠ ਕੇ ਉਹਦੇ ਅੰਦਰ ਹੀਣ ਭਾਵ ਪੈਦਾ ਹੁੰਦਾ ਹੈ, ਔਰ ਉਹਦੀ ਹਉਮੈ ਨੂੰ ਸੱਟ ਲੱਗਦੀ ਹੈ, ਉਹਦੇ ਅਹੰਕਾਰ ਨੂੰ ਸੱਟ ਲੱਗਦੀ ਹੈ। ਮੂਰਖ ਗੁਣਵਾਨਾਂ ਦੀ ਮਹਿਫਿਲ ਵਿੱਚ ਬੈਠ ਕੇ ਵੀ ਦੁਖੀ ਹੁੰਦਾ ਹੈ, ਕਾਰਨ ਕਿ ਗੁਣਵਾਨ ਉਸ ਨੂੰ ਉੱਚੇ ਦਿਖਾਈ ਦਿੰਦੇ ਨੇ, ਔਰ ਫਿਰ ਉਹ ਖੁਦ ਗੁਣਵਾਨਾਂ ਦੇ ਸਾਹਮਣੇ ਛੋਟਾ ਹੋ ਜਾਂਦਾ ਹੈ। ਇਹ ਛੋਟਾਪਨ ਖਟਕਦਾ ਹੈ। ਮਨੁੱਖ ਹਰ ਮਹਿਫਿਲ ਵਿੱਚ, ਹਰ ਥਾਂ ਤੇ, ਹਰ ਸਮੇਂ ਤੇ ਉੱਚਾ ਹੀ ਰਹਿਣਾ ਚਾਹੁੰਦਾ ਹੈ, ਵੱਡਾ ਹੀ ਰਹਿਣਾ ਚਾਹੁੰਦਾ ਹੈ। ਇਸ ਵਾਸਤੇ ਜਦ ਵੀ ਮਨੁੱਖ ਦੇ ਅੰਦਰ ਇਹ ਹਉਮੈ ਪ੍ਰਬਲ ਰੂਪ ਵਿੱਚ ਹੋਵੇ, ਉਹ ਆਪਣੇ ਤੋਂ ਜ਼ਿਆਦਾ ਵੱਡੇ ਧਨਵਾਨ ਕੋਲ ਨਹੀਂ ਬੈਠ ਸਕਦਾ, ਉਹ ਆਪਣੇ ਤੋਂ ਜ਼ਿਆਦਾ ਵੱਡੇ ਗੁਣਵਾਨ ਕੋਲ, ਕਲਾਕਾਰ ਕੋਲ ਨਹੀਂ ਬੈਠ ਸਕਦਾ। ਜੇ ਬੈਠੇਗਾ ਤੇ ਉਹਨੂੰ ਤ੍ਰਿਪਤੀ ਨਸੀਬ ਨਹੀਂ ਹੋਵੇਗੀ, ਬੇਚੈਨੀ ਹੋਵੇਗੀ, ਪਰੇਸ਼ਾਨੀ ਹੋਵੇਗੀ। ਜਿੱਥੇ ਜਿੱਥੇ ਵੀ ਉਸ ਨੂੰ ਛੋਟਾ ਭਾਵ ਮਹਿਸੂਸ ਹੋਵੇਗਾ, ਔਖਾ ਹੋਵੇਗਾ। ਕਹਿੰਦੇ ਨੇ ਇਸੇ ਅਹੰ ਭਾਵ ਤੋਂ ਨਿੰਦਾ ਦਾ ਜਨਮ ਹੋਇਆ ਹੈ। ਹੁਣ ਦੂਸਰਾ ਵੱਡਾ ਹੈ ਕਿ ਹੁਣ ਹਉਮੈ ਨੂੰ ਸੰਤੁਸ਼ਟ ਕਰਨਾ ਹੈ, ਅਹੰ ਨੂੰ ਸੰਤੁਸ਼ਟ ਕਰਨਾ ਹੈ, ਰਸ ਦੇਣਾ ਹੈ। ਕਿਵੇਂ ਕਰੀਏ? ਉਸ ਵੱਡੇ ਨੂੰ ਛੁਟਿਆਓ। ਤਾਂ ਵੱਡੇ ਨੂੰ ਛੁਟਿਆਉਣ ਦਾ ਇੱਕੋ ਹੀ ਤਰੀਕਾ ਹੈ ਨਿੰਦਾ। ਉਹਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਰ ਦੋ, ਉਹਦੀਆਂ ਬੁਰਾਈਆਂ ਦਾ ਜ਼ਿਕਰ ਕਰ ਦੋ, ਚਾਹੇ ਨਹੀਂ ਵੀ ਨੇ ਕਲਪਨਾ ਕਰਕੇ ਵੀ ਕਰ ਦੋ, ਤਾਂ ਕਿ ਦੂਸਰਾ ਕਮ ਸੇ ਕਮ ਛੋਟਾ ਹੋਵੇ
कि मैं वड्डा होवां। कई दफा देखते हैं छोटे छोटे मासूम बच्चे भी वड्डा होने का नाटक रचते हैं, नकली मुछां ला के या नकली हाव भाव करके वो अपने आप को वड्डा होना दिखाने की कोशिश करते हैं। जिंदगी के किसी तल विच भी मनुख नूं छोटा होना परवान नहीं, चाहे वह बच्चा है, चाहे वह जवान है, चाहे वह बुढ़ा है, चाहे वह निर्धन है, चाहे धनवान है, चाहे निर्गुण है, चाहे गुणवान है। मनुख के अंदर यह भाव बनिया ही रहता है कि मैं वड्डा हाँ और मैं वड्डा होवां। दूजा छोटा है, जे नहीं तो उन्होंने छोटा कर देना। मनुख की इस आहंग भाव तो तरह तरह के तशद्दद जुल्म बरपा हुए हैं। संसार दे 90% जुल्म तशद्दद मनुख के आहंग भाव तो निकलता है। मैं वड्डा तू छोटा है, मैं हाँ तू है, और मैं सब कुछ हाँ तू कुछ भी नहीं। इस भाव ने समुची दुनिया नू, खास करके मनुखी दुनिया नू नरक बना के रख देता है। ये हौमे किस किस थां ते व्यापक रहिंदी है, इस नू साहिब श्री गुरु नानक देव जी महाराज ने बड़े सोहने ढंग नाल इस पावन पवित्र श्लोक विच खोले। मूल कमजोरी मनुख दी अहंकार है। साहिब श्री गुरु नानक देव जी महाराज का फैसला हौमे रोग मानुख हो दी ना। इहदा यह मतलब नहीं कि इहदे च बाकी रोग नहीं ने, बाकी कमजोरियां नहीं ने। कमजोरियां तो बाकी भी ने, वो उकसाहट नाल पैदा होंदियां ने, वो वक्त नाल पैदा होंदियां ने, समय नाल पैदा होंदियां ने। इक्को एक कमजोरी जो अठे पैर जागदियां सौंदियां मनुख दे दिल दिमाग विच रहिंदी है, वो है अहंग भाव। मैं हाँ और मैं बहुत वड्डा, चाहे वड्डा है चाहे नहीं, पर वड्डा होकर मैं दिखाना है, वड्डा होना मैं प्रगट करना है। और जे नहीं प्रगट कर सकिया तो कोई गल नहीं, वड्डा होना मैं मन लेना, मैं वड्डा ही हाँ, मन ते सकदा है, मनण दे विच कोई रोक नहीं। इस वास्ते मासूम बच्चा भी कई दफा अपने आप को बादशाह मन लेंदा है। यह गल वखरी है, वो खेल भी बादशाह ते वजीर का खेडदा है, अंदर उसके अंदर रुचि है कि मैं बादशाह, मैं वड्डा, मैं बहुत वड्डा। साहिब श्री गुरु नानक देव जी महाराज इस पावन पवित्र श्लोक विच इसी कमजोरी का जिक्र करते हैं। और गुरु अर्जन देव जी महाराज अपनी बाणी फरमान करते हैं, आपस को जो भला कहावे तिसे भलाई निकट ना आवे। और हकीकत है कि जद जद मनुख अपने आप को बहुत उच्चा कहलांदा है, वो कहलांदा इस वास्ते और खुद प्रगट करना भी इस वास्ते चाहता है कि उच्चा नहीं है। अगर उच्चा है तो कभी आखण की लोड़ भी नहीं पई। सूरज ने कभी नहीं आख्या कि मेरे च रोशनी है, चंद्रमा ने कभी नहीं आख्या मेरे विच शीतलता है, चंदन कभी ढिंडोरा नहीं पिटदा मेरे विच ठंड है, मेरे विच सुगंधी है। सुगंधी खुद बोल पैंदी है, महक खुद बोल पैंदी है, शीतलता खुद ही दस देंदी है। जब शीतलता नहीं है तो फिर कहना पैंदा है शीतलता दा कि मेरे कोल है। जब महक नहीं है, सुगंधी नहीं है, तो फिर प्रगटावा करना पैंदा है। तो खैर अजो की 20वीं सदी मुखर भी बड़ी है, बहुत बोल रही है, बहुत बोल रही है। इतना बोलना पहले नहीं सी, और सारे बोल अहंकार तो पैदा हो रहे हैं। सारे बोल इस वास्ते ने कि मैं हाँ बोल बोल के अपनी होंद प्रकट करनी है। कोई अपनी जात प्रकट कर रहा है, कोई अपनी पात, कोई अपना रंग, कोई अपना रूप, कोई अपना स्वभाव, कोई अपने गुण, कोई अपनी धन संपदा, कोई अपनी बिरादरी, कोई अपना मुल्क, कोई अपनी भाषा और कोई अपना प्रांत। वर्ष के बोलों दे सब कुछ यही प्रगट हो रहा है। जब कोई कहता है मेरा देश सब तो वड्डा है, ये एक भाव प्रगट होता है, मैं सब तो वड्डा, क्योंकि मैं छोटे देश का रहने वाला नहीं हाँ, मैं बहुत वड्डे देश का रहने वाला। हुण वड्डपना चाहिए तो वड्डे होने लई कोई सहारा चाहिए, तो कोई देश का सहारा पकड़ लेंदा है। मैं छोटे मोटे देश का रहने वाला नहीं, मैं बहुत वड्डे देश का रहने वाला। फिर मनुख ऐसा भी कह देंदा है मेरा मजहब बहुत वड्डा है। हुण मेरा मजहब बहुत वड्डा है तां ही मैं वड्डा, जे मेरा मजहब छोटा है तो फिर मैं छोटा।